ਦੇਸ਼ ਵਾਸੀਓ ਮਿੱਤਰੋ ਮਿਹਰਬਾਨੋ, ਤੁਹਾਡਾ ਧਰਮ ਬਚਾਇਆ ਤਾਂ ਖਾਲਸੇ ਨੇ। ਕਾਲੀ ਤਵੀ ਵਰਗੇ ਤੁਹਾਡੇ ਚਿਹਰਿਆਂ ਤੇ ਸੂਹਾ ਰੰਗ ਚੜਾਇਆ ਤਾਂ ਖਾਲਸੇ ਨੇ। ਤੁਹਾਡੇ ਮੋਏ ਇਤਿਹਾਸ ਦੇ ਪੰਨਿਆਂ ਨੂੰ ਜਿਉਣ ਜੋਗੇ ਬਣਾਇਆ ਤਾਂ ਖਾਲਸੇ ਨੇ। ਆਪ ਫਾਂਸੀ ਦੇ ਤਖਤੇ ਤੇ ਝੂਟ ਕੇ ਤੇ ਦਿੱਲੀ ਤਖਤ ਦਵਾਇਆ ਤਾਂ ਖਾਲਸੇ ਨੇ। जननी जने तो सूरमा जैसे गुरु गोबिंदा, शेरा वर्गे शत्रु साहब सकन ना जिंदा, पर जे तके मिहर ना एवें बिंददी बिंदा। जुगा जुगा दी साहिब जी बख्श देवे बख्शिंदा। ਬਾਬਰ ਤਾਈ ਜਾਬਰ ਆਖਿਆ ਸਾਡੇ ਵੱਡਿਆਂ ਨੀ ਇਨਕਲਾਬ ਦੀ ਰੱਖੀ ਸੱਚੇ ਬੋਲਾਂ ਕੱਢਿਆਂ ਨੇ। ਉਹ ਜਾਇ ਅੰਬਰਾਂ ਨੂੰ ਛੋਇਆ ਸੀ ਅਹਿਸਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਬਾਬਰ ਤਾਈ ਜਾਬਰ ਆਖਿਆ ਸਾਡੇ ਵੱਡਿਆਂ ਨੀ ਇਨਕਲਾਬ ਦੀ ਰੱਖੀ ਸੱਚੇ ਬੋਲਾਂ ਕੱਢਿਆਂ ਨੇ। ਉਹ ਜਾਇ ਅੰਬਰਾਂ ਨੂੰ ਛੋਇਆ ਸੀ ਅਹਿਸਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਗਾਦਰ ਸੀਸ ਵਾਰਿਆ ਪੰਜਵੇਂ ਸਤਿਗੁਰ ਨੇ, ਰੋਬ ਤੂੰ ਅਸਬੀ ਨਹੀਂ ਸਹਾਰਿਆ ਪੰਜਵੇਂ ਸਤਿਗੁਰ ਨੇ। ਉਹ ਮਾਲਾ ਤੋਂ ਤਲਵਾਰ ਤੇ ਗਿਆ ਕਰਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਮਜਲੂਮਾਂ ਦੀ ਰਾਖੀ ਕੀਤੀ ਨਾਵੇਂ ਨਾਨਕ ਨੇ, ਮਰ ਕੇ ਜੀਣਾ ਦੱਸਿਆ ਜਗ ਦੇ ਸਾਵੇਂ ਨਾਨਕ ਨੇ। ਉਹ ਹੋਂਦ ਬਚਾ ਗਿਆ ਹਿੰਦੂਆਂ ਦੀ ਸਿਰ ਖਾਸ ਖਾਲਸੇ ਦਾ, ਹੋਂਦ ਬਚਾ ਗਿਆ ਹਿੰਦੂਆਂ ਦੀ ਸਿਰ ਖਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਸਾਜ ਖਾਲਸਾ ਕਲਗੀਧਰ ਨੇ ਕਰ ਬਲਵਾਨ ਦਿੱਤਾ, ਸ਼ਸਤਰ ਧਾਰੀ ਕਰਕੇ ਰੁਤਬਾ ਬੜਾ ਮਹਾਨ ਦਿੱਤਾ। ਉਹ ਠਲ ਜਾਬਰ ਨੂੰ ਪਾ ਗਿਆ ਸੀ ਲਿਬਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਸਾਰੇ ਡਟ ਗਏ 40 ਵੀਰ ਖਾਲਸੇ ਦੇ, ਨੀਹਾਂ ਦੇ ਵਿੱਚ ਜਿਣਤੇ ਛੋਟੇ ਵੀਰ ਖਾਲਸੇ ਦੇ। ਉਹ ਜ਼ਾਲਮ ਕੋਲੋਂ ਰੁਕਿਆ ਨਾ ਵਿਸ਼ਵਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਸਿੰਘ ਬਹਾਦਰ ਬਦਲੇ ਲੈ ਮਾਸੂਮਾਂ ਦੇ, ਬੰਦਾ ਸਿੰਘ ਬਹਾਦਰ ਬਦਲੇ ਲੈ ਮਾਸੂਮਾਂ ਦੇ। ਤੋੜੇ ਮਾਨ ਮੈਦਾਨ ਦੇ ਅੰਦਰ ਤੁਰਕ ਹਜੂਮਾਂ ਦੇ। ਉਹ ਰਾਜ ਕਰਨ ਦੇ ਯੋਗ ਹੋਇਆ ਵਿਸ਼ਵਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਬੰਦ ਬੰਦ ਕਟਵਾਉਣਾ ਖੋਪਰ ਸਿਰੋਂ ਲਹਾ ਲੈਣਾ, ਲੱਥੇ ਸਿਰ ਤੋਂ ਜ਼ਾਲਮ
ਜੁੱਤੀ ਅੱਗੇ ਲਾ ਲੈਣਾ। ਓ ਮਿਲਦੀਆਂ ਨਹੀਂ ਮਸਾਲਾ ਜੋ ਪਰਵਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਨਸਲ ਕੁਸ਼ੀ ਸਾਡੀ ਕਰਨੇ ਦੇ ਲਈ ਕਈ ਫਰਮਾਨ ਹੋਏ, ਉਜੜੇ ਘਰ ਘਾਟ ਤੇ ਜਿੰਦਾਂ ਦੇ ਵੀ ਕਾਨ ਹੋਏ। ਓ ਕਾਨੂੰਵਾਨ ਦੀ ਸੰਭੀ ਰਿਹਾ ਨਿਵਾਸ ਖਾਲਸੇ ਦਾ, ਕਾਨੂੰਵਾਨ ਦੇ ਸੰਭੀ ਰਿਹਾ ਨਿਵਾਸ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਟੋਟੇ ਮਾਵਾਂ ਸਾਹਮਣੇ ਵੱਡੇ ਮੰਨੂ ਨੇ, ਫੁੱਲਾਂ ਜਿਹੇ ਕਲੇਜੇ ਨੇ ਜੇ ਗੱਡੇ ਮੰਨੂ ਨੇ। ਓ ਮੌਤ ਕੁੱਤੇ ਦੀ ਮਰਿਆ ਲੱਗ ਸ਼ਰਾਬ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਸਰਕਾਰਾਂ ਢਿੱਲ ਲਗਾਇਆ ਸਿੱਖ ਮਕਾਉਣ ਲਈ, ਸਭ ਸਰਕਾਰਾਂ ਢਿੱਲ ਲਗਾਇਆ ਸਿੱਖ ਮਕਾਉਣ ਲਈ, ਦਰਗਾਹਪੁਰੀਆ ਲਿਖ ਦੁਆਰਾਂ ਸੱਚੀਆਂ ਗਾਉਣ ਲਈ। ਹੋ ਜਗ ਤੇ ਮਾਰਗ ਦਰਸ਼ਨ ਹੈ ਪ੍ਰਕਾਸ਼ ਖਾਲਸੇ ਦਾ, ਸਭ ਕੌਮਾਂ ਤੋਂ ਪਰਬਲ ਹੈ ਇਤਿਹਾਸ ਖਾਲਸੇ ਦਾ। ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਸਦਕਾ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਕੈਨੇਡਾ ਵਿਖੇ 1984 ਦੇ ਮਹਾਨ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਨੂੰ ਸਮਰਪਿਤ ਪਿਛਲੇ ਕਈਆਂ ਦਿਨਾਂ ਤੋਂ ਚੱਲ ਰਹੀ ਪ੍ਰੋਗਰਾਮਾਂ ਦੀ ਲੜੀ ਅਧੀਨ ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਸਜ ਰਹੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਖਾਲਸਾ ਔਰ ਚੈਨਲ ਪੰਜਾਬੀ ਦੇ ਮਾਧਿਅਮ ਰਾਹੀਂ ਦੂਰ ਦਰਾਡੇ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨਾਲ ਆਪਣੀ ਮੁਹੱਬਤ ਦੇ ਰਿਸ਼ਤੇ ਨੂੰ ਕਾਇਮ ਰੱਖ ਰਿਹਾ ਸਤਿਕਾਰਯੋਗ ਖਾਲਸਾ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼, ਉਹਨਾਂ ਦੀ ਮਹਾਨ ਫਤਿਹ ਜਿਹੜੀ ਸਾਡੀ ਝੋਲੀ ਵਿੱਚੋਂ ਪਾ ਕੇ ਗਏ ਉਹਨੂੰ ਸਿਮਰੀਏ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਅਸੀਸ ਪ੍ਰਾਪਤ ਕਰੀਏ। ਕਿਰਪਾ ਕਰੋ ਸਰਬੱਤ ਮਾਈ ਭਾਈ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਇੰਨੇ ਪੂਰ ਜੰਮੇ, ਆਉਣ ਵਾਲੀਆਂ ਪੀੜ੍ਹੀਆਂ ਇਹ ਪੁੱਛਣਾ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕੌਮ ਕਿਤਨੀ ਵੀ ਬਲਵਾਨ ਕਿਉਂ ਨਾ ਹੋਵੇ, ਗਿਣਤੀ ਵਿੱਚ ਕਿਤਨੀ ਵੀ ਵੱਡੀ ਕਿਉਂ ਨਾ ਹੋਵੇ, ਧਨ ਦੌਲਤ ਦੇ ਪੱਖੋਂ ਕਿਤਨੀ ਅਮੀਰ ਵੀ ਕਿਉਂ ਨਾ ਹੋਵੇ, ਜੇ ਕਿਸੇ ਕੌਮ ਦਾ ਇਤਿਹਾਸ ਕੋਈ ਅਗਵਾਈ ਨਹੀਂ ਦਿੰਦਾ, ਕੋਈ ਰੋਸ਼ਨੀ ਨਹੀਂ ਦਿੰਦਾ, ਤੇ ਕੌਮ ਦਾ ਜਿੰਦਾ ਰਹਿਣਾ ਕਈ ਵਾਰੀ ਮੁਸ਼ਕਲ ਹੋ ਜਾਇਆ ਕਰਦਾ ਹੈ। ਰਾਜ ਭਾਗ ਚਲਿਆ ਜਾਏ, ਕੌਮਾਂ ਦੁਬਾਰਾ ਸਿਰਜ ਲਿਆ ਕਰਦੀਆਂ ਨੇ, ਬਣਾ ਲਿਆ ਕਰਦੀਆਂ ਨੇ, ਪਰ ਇਤਿਹਾਸ ਗਵਾ ਜਾਵੇ ਤੇ ਕੌਮਾਂ ਨਿਢਾਲ ਹੋ ਕੇ ਰਹਿ ਜਾਇਆ ਕਰਦੇ ਨੇ। ਤੋ ਇਸ ਸਟੇਜ ਤੋਂ ਆਪਣੇ ਪਾਵਨ ਪਵਿੱਤਰ ਇਤਿਹਾਸ ਨੂੰ ਬਿਆਨ ਕਰਨ ਵਾਸਤੇ ਇਹ ਸਾਰਾ ਪ੍ਰੋਗਰਾਮ ਆਰੰਭਿਆ ਗਿਆ। ਅਸੀਂ ਮੈਨੇਜਮੈਂਟ ਕਮੇਟੀ ਦੇ ਔਰ ਇੱਥੋਂ ਦੀ ਗੁਰੂ ਕੀ ਸੰਗਤ ਦੇ ਅਤੀ ਧੰਨਵਾਦੀ ਹਾਂ, ਜਿਨ੍ਹਾਂ ਦੇ ਪਿਆਰ ਭਰੇ ਸੁਨੇਹੇ ਸਾਨੂੰ ਫੋਨ ਤੇ ਮਿਲਦੇ ਨੇ ਔਰ ਸਾਨੂੰ ਬਲ ਮਿਲਦਾ ਹੈ ਔਰ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਜੋ ਘਾਲਣਾ ਹੈ ਉਹ ਸਫਲ ਹੋ ਰਹੀ ਹੈ। ਸਾਡੇ ਤੋਂ ਪਹਿਲਾਂ ਸਿੱਖ ਜਗਤ ਦੀ ਮਹਾਨ ਢਾਡੀ ਜਥਾ ਸਤਿਕਾਰਯੋਗ ਬੀਬੀ ਦਲੇਰ ਕੌਰ ਜੀ ਖਾਲਸਾ, ਉਹ ਆਪ ਜੀ ਨਾਲ ਅੱਜ ਪਹਿਲੇ ਦੀਵਾਨ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਰੋਜ਼ਾਨਾ ਸਮਾਂ ਔਰ ਉਹਨਾਂ ਦੇ ਨਾਲ ਬੀਬੀ ਮਲੇਰਕੋਟਲੇ ਵਾਲੀਆਂ ਢਾਡੀ ਜਥਾ ਉਹ ਵੀ ਸੇਵਾ ਕਰ ਰਹੀਆਂ ਨੇ। ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਇਹ ਬੱਚੀਆਂ ਪ੍ਰਚਾਰ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਔਰ ਮੇਰੇ ਸਾਹਮਣੇ ਗਿਆਨੀ ਚੂੜ ਸਿੰਘ ਜੀ ਬੈਠੇ ਨੇ, ਕੌਮ ਦੇ ਪ੍ਰਸਿੱਧ ਢਾਡੀ। ਯਾਦ ਰੱਖੋ, ਪ੍ਰਚਾਰ ਕਰਨਾ ਕੋਈ ਸੌਖੀ ਗੱਲ ਨਹੀਂ ਹੈ, ਕਿਉਂਕਿ ਸਾਡਾ ਇਤਿਹਾਸ ਵਿਦਵਾਨਾਂ ਨੇ ਇਸ ਢੰਗ ਨਾਲ ਲਿਖਿਆ ਹੈ, ਕਿਸੇ ਵੀ ਇੱਕ ਵਿਦਵਾਨ ਦੀ ਲਿਖਤ ਉੱਤੇ ਪੂਰਾ ਭਰੋਸਾ ਨਹੀਂ ਹੁੰਦਾ। ਸੋ ਜਿਹੜਾ ਬੁਲਾਰਾ ਹੁੰਦਾ ਹੈ ਉਹਨੇ ਹਰ ਇੱਕ ਨੂੰ ਪੜ੍ਹ ਕੇ ਕੌਮ ਦੀ ਰੂਪ ਰੇਖਾ ਤੁਹਾਡੇ ਸਾਹਮਣੇ ਰੱਖਣੀ ਹੁੰਦੀ ਹੈ। ਸੋ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਆਪਾਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਜਾਂ ਘਰਾਂ ਵਿੱਚ ਬੈਠ ਕੇ ਇਹਨਾਂ ਬੁਲਾਰਿਆਂ ਦਾ ਮਾਣ ਤਾਣ ਕਰਕੇ ਹੌਸਲਾ ਅਫਜ਼ਾਈ ਕਰੀਏ
ਤਾਂ ਕਿ ਇਹ ਆਪਣੇ ਕਰਮ ਵਿੱਚ ਇਸੇ ਤਰ੍ਹਾਂ ਲੱਗੇ ਰਹਿਣ ਔਰ ਗੁਰੂ ਕੇ ਇਤਿਹਾਸ ਦੀ ਸੇਵਾ ਕਰਦੇ ਰਹਿਣ। ਤਾਂ ਮੈਂ ਜਿਹੜੀ ਤੁਹਾਡੇ ਨਾਲ ਲੜੀ ਆਰੰਭ ਕੀਤੀ ਸੀ ਉਹ ਇਹ ਸੀ ਵੀ ਜਿਉਂਦੀਆਂ ਜਾਗਦੀਆਂ ਕੌਮਾਂ ਇਹ ਕਦੇ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੁੰਦੀਆਂ। ਟੱਪਰੀ ਵਾਸਾਂ ਤੋਂ ਕੋਈ ਖਤਰਾ ਨਹੀਂ ਹੁੰਦਾ, ਸਿਰ ਨੀਵਾਂ ਕਰਕੇ ਤੁਰਨ ਵਾਲਿਆਂ ਤੋਂ ਕੋਈ ਖਤਰਾ ਨਹੀਂ ਹੁੰਦਾ। ਤਾਜਾਂ ਤਖਤਾਂ ਵਾਲਿਆਂ ਨੂੰ ਤਖਤ ਉਦੋਂ ਕੰਬਦੇ ਨੇ ਜਦੋਂ ਕਿਸੇ ਕੌਮ ਦੇ ਅੰਦਰ ਕੋਈ ਆਜ਼ਾਦੀ ਦੀ ਲਾਟ ਮਚਦੀ ਹੈ। ਤਾਂ ਨਾਦਰ ਸ਼ਾਹ ਦੁਰਾਨੀ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਸੀ ਵੀ ਇਹ ਕੌਣ ਲੋਕ ਨੇ, ਦਿੱਲੀ ਤੱਕ ਤੇ ਮੇਰਾ ਕਿਸੇ ਨੇ ਟਾਕਰਾ ਨਹੀਂ ਕੀਤਾ, ਦਿੱਲੀੋਂ ਮੁੜਦਿਆਂ ਇਹਨਾਂ ਨੇ ਕੋਈ ਦਿਨ ਸੁੱਕਾ ਨਹੀਂ ਲੰਘਣ ਦਿੱਤਾ, ਮੇਰੀਆਂ ਦਾੜਾਂ ਦੇ ਥੱਲੇੋਂ ਮਾਸ਼ ਖੋ ਕੇ ਲੈ ਗਏ ਨੇ। ਉਹਨਾਂ ਆਖਿਆ ਸੀ ਇਹ ਗੁਰੂ ਕੇ ਸ਼ੇਰ ਨੇ, ਇਹ ਗੁਰੂ ਕਾ ਪੰਥ ਖਾਲਸਾ ਹੈ। ਜਦੋਂ ਡੈਫੀਨੇਸ਼ਨ ਦੱਸੀ ਤੇ ਨਾਦਰ ਸ਼ਾਹ ਕਹਿੰਦਾ ਮੈਨੂੰ ਇਹਨਾਂ ਦੀ ਪਰਿਭਾਸ਼ਾ ਤੋਂ ਇਦਾਂ ਲੱਗਦਾ ਹੈ ਕਿ ਇਹਨਾਂ ਦੇ ਖੂਨ ਦੇ ਵਿੱਚ ਰਾਜ ਕਰਨ ਦੀ ਇੱਕ ਚਾਹਤ ਹੈ, ਰਾਜ ਕਰਨ ਦੀ। ਜੇ ਤੁਹਾਡੇ ਖੂਨ ਦੇ ਅੰਦਰ ਕੁਝ ਬਣਨ ਦੀ ਇੱਛਾ ਨਹੀਂ ਤੇ ਤੁਸੀਂ ਯਤਨ ਵੀ ਨਹੀਂ ਕਰੋਗੇ। ਜਿਹੜੀਆਂ ਕੌਮਾਂ ਰਾਜ ਭਾਗ ਦੇ ਸੁਪਨੇ ਨਹੀਂ ਲੈਂਦੀਆਂ ਉਹ ਕਦੇ ਤਖਤਾਂ ਤਾਜਾਂ ਤੱਕ ਨਹੀਂ ਪਹੁੰਚਦੀਆਂ। ਵਿਦਵਾਨਾਂ ਦਾ ਕਥਨ ਹੈ ਸਰੀਰਕ ਮੌਤ ਨਾਲੋਂ ਵੀ ਖਤਰਨਾਕ ਮੌਤ ਹੁੰਦੀ ਸੁਪਨਿਆਂ ਦਾ ਮਰ ਜਾਣਾ। ਔਰ 1984 ਦੇ ਉਹਨਾਂ ਸ਼ਹੀਦਾਂ ਨੇ ਸਾਨੂੰ ਸਭ ਤੋਂ ਵੱਡੀ ਦੇਣ ਇਹ ਦਿੱਤੀ ਕਿ ਅਮਰੀਕਾ, ਕੈਨੇਡਾ ਤੇ ਪੂਰੇ ਵਰਲਡ ਵਿੱਚ ਸਿੱਖ ਕੌਮ ਦੇ ਅੰਦਰ ਇੱਕ ਜਾਗਰਤੀ ਆਈ। ਪਹਿਲਾਂ ਕੇਵਲ ਬਾਹਰ ਬੈਠੇ ਲੋਕ ਰੋਟੀ ਰੋਜੀ ਬਾਰੇ ਸੋਚਦੇ ਸੀ, 1984 ਤੋਂ ਬਾਅਦ ਇਹ ਵੀ ਸੋਚਣ ਲੱਗ ਪਏ ਕਿ ਸਾਡੇ ਨਾਲ ਵਾਰ-ਵਾਰ ਇਸ ਤਰ੍ਹਾਂ ਕਿਉਂ ਹੁੰਦਾ ਹੈ, ਕੋਈ ਕੌਮ ਦਾ ਘਰ ਬਣੇ, ਕੋਈ ਕੌਮ ਦਾ ਨਿਸ਼ਾਨਾ ਪੂਰਾ ਹੋਵੇ। ਇਸ ਕਰਕੇ 1984 ਦੀਆਂ ਇਹ ਸ਼ਹਾਦਤਾਂ ਨੂੰ ਸਮਰਪਿਤ ਲੜੀ ਚੱਲ ਰਹੀ ਹੈ। ਤਾਂ ਮੈਂ ਇਹ ਆਰੰਭ ਕੀਤਾ ਸੀ ਵੀ ਕਿਤਨੇ ਹਮਲੇ ਹੋਏ। ਕੱਲ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਹ 1757 ਦੀ ਹੈ। ਇਹ ਹਮਲਾ ਵੀ ਅਹਿਮਦ ਸ਼ਾਹ ਦੁਰਾਨੀ ਵੱਲੋਂ ਹੈ। ਔਰ ਇਸ ਤੋਂ ਵੱਡਾ ਹਮਲਾ 1762 ਵਿੱਚ ਹੁੰਦਾ ਹੈ ਜਦੋਂ ਕੋਪਰ ਹੀੜੇ ਦੇ ਮੈਦਾਨ ਵਿੱਚ ਵੱਡਾ ਕੱਲੂਕਾਰਾ ਵਾਪਰਦਾ। ਸਿੱਖਾਂ ਦੇ ਸਿਰਾਂ ਦੇ 50 ਗੱਡੇ ਭਰ ਕੇ ਉਹ ਲਾਹੌਰ ਲੈ ਜਾਂਦਾ ਹੈ। ਉੱਥੇ ਜਾ ਕੇ ਉਹ ਆਪਣੀ ਜਿੱਤ ਦਾ ਦਾਅਵਾ ਕਰਦਾ ਹੈ ਤੇ ਮਾਪਦੰਡ ਕੌਮ ਦੀਆਂ ਸ਼ਹੀਦੀਆਂ ਨੂੰ ਰੱਖਦਾ ਹੈ। ਕਹਿੰਦਾ ਹੁਣ ਇਹ ਕੌਮ ਦੁਬਾਰਾ ਕਦੇ ਨਹੀਂ ਉੱਠੇਗੀ। ਆਹ ਨੇ ਸ਼ਹੀਦਾਂ ਦੇ 50 ਗੱਡੇ ਭਰੇ ਹੋਏ ਸਿਰਾਂ ਦੇ। ਕਿਸੇ ਨੇ ਆਖਿਆ ਅਹਿਮਦ ਸ਼ਾਹ ਸਿਰ ਵੱਢਣ ਨਾਲ ਜਾਂ ਸਰੀਰਕ ਰੂਪ ਵਿੱਚ ਖਤਮ ਹੋਣ ਨਾਲ ਇਹ ਕੌਮ ਮੁੱਕਣ ਵਾਲੀ ਨਹੀਂ। ਜੇ ਇਹਨਾਂ ਦੀ ਜੜ ਮਨਿਹਾਦ ਖਤਮ ਕਰਨੀ ਹੈ ਤੇ ਇਹਨਾਂ ਦੇ ਕੇਂਦਰ ਨੂੰ ਖਤਮ ਕਰ, ਇਹਨਾਂ ਦੀ ਜ਼ਿੰਦਗੀ ਦਾ ਸੋਮਾ ਸ੍ਰੀ ਹਰਿਮੰਦਰ ਸਾਹਿਬ ਉਹ ਬਰਬਾਦ ਕਰ। ਉਹਨੇ ਜਦੋਂ ਘੱਲੂਘਾਰੇ ਤੋਂ ਵਾਪਸ ਮੁੜਿਆ, ਜਾਂਦਿਆਂ ਦਰਬਾਰ ਸਾਹਿਬ ਤੇ ਅਟੈਕ ਨਹੀਂ ਕੀਤਾ, ਲਾਹੌਰ ਤੋਂ ਫਿਰ ਵਾਪਸ ਪਰਤਿਆ ਤੇ ਫਿਰ ਘੇਰਾ ਪਾ ਕੇ ਦਰਬਾਰ ਸਾਹਿਬ ਉੱਤੇ ਤੋਪਾਂ ਨਾਲ ਹਮਲਾ ਕੀਤਾ। ਉਹ ਤੋਪਾਂ ਇੰਨੀਆਂ ਖਤਰਨਾਕ ਨਹੀਂ ਸੀ ਜਿੰਨੀਆਂ 84 ਵੇਲੇ ਸਰਕਾਰ ਨੇ ਵਰਤੀਆਂ ਨੇ। ਉਹ ਜ਼ਿਆਦਾ ਖਤਰਨਾਕ ਸੀ ਇੰਡੀਆ ਸਰਕਾਰ ਵਾਲੀਆਂ। ਉਹ ਕੇਵਲ ਤੋਪਾਂ ਖੜਾ ਕਰਦੀਆਂ ਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਕੰਧਾਂ ਬਹੁਤ ਮਜ਼ਬੂਤ ਬਣਾਈਆਂ ਸੀ, ਬਹੁਤ ਕੁਆਲਿਟੀ ਦਾ ਚੂਨਾ ਅਦਕ ਲਾ ਕੇ। ਉਹ ਕੋਈ ਨੁਕਸਾਨ ਨਾ ਹੋਇਆ, ਉਹਦੀ ਅਜੇ ਵੀ ਤਸੱਲੀ ਨਾ ਹੋਈ। ਉਹਨੇ ਇਹਦੀਆਂ ਬੁਨਿਆਦਾਂ ਦੇ ਥੱਲੇ ਬਰੂਦ ਦੇ ਕੁੱਪੇ ਰੱਖ ਕੇ ਇਹਦਾ ਅੱਧੇ ਤੋਂ ਬਹੁਤਾ ਹਿੱਸਾ ਉਡਾਤਾ ਸੀ ਔਰ ਉਸ ਮਲਬੇ ਦੀ ਇੱਕ ਕੇਟੀ ਇਹਦੇ ਨੱਕ ਉੱਤੇ ਵੱਜੀ ਸੀ। ਔਰ ਇੱਥੋਂ ਤੱਕ ਸਾਰਾ ਸਰੋਵਰ ਪੂਰ ਕੇ ਮਿੱਟੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਉਡਾ ਕੇ ਉੱਤੇ ਉਹਨੇ ਜੌਂ ਬੀਜ ਕੇ ਯਾਨੀ ਫਸਲ ਬੀਜ ਕੇ ਹਲਵਾ ਕੇ ਸੁਹਾਗਾ ਮਾਰਤਾ ਸੀ। ਉਹ ਸਾਰਾ ਧਰਤੀ ਦੇ ਲੈਵਲ ਨਾਲ ਬਰਾਬਰ ਕਰਤਾ ਸੀ ਵੀ ਇੱਥੇ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਕੋਈ ਸਿੱਖਾਂ ਦਾ ਕੇਂਦਰ ਹੁੰਦਾ ਸੀ। ਹੁਣ ਤੁਸੀਂ ਹਿਸਾਬ ਲਾਓ ਕਿ ਇਸ ਤੋਂ ਬਾਅਦ ਸਿੱਖ ਕੌਮ ਚੁੱਪ ਕਰਕੇ ਬਹਿ ਗਏ। 50 ਗੱਡੇ ਸਿਰਾਂ ਦੇ 30,000 ਦੇ ਕਰੀਬ ਖਾਲਸਾ ਸ਼ਹੀਦ ਹੋ ਗਿਆ। ਕੋਈ ਸਰਦਾਰ ਬਚਿਆ ਹੀ ਨਹੀਂ ਜਿਹੜਾ ਜ਼ਖਮੀ ਨਹੀਂ ਹੋਇਆ। ਕਿਸੇ ਨੂੰ 29 ਜ਼ਖਮ, ਕਿਸੇ ਨੂੰ 31 ਜ਼ਖਮ, ਕਿਸੇ ਨੂੰ 22 ਜ਼ਖਮ। ਤੇ ਇਹ ਬਰਦਾਸ਼ਤ ਕਰ ਗਏ? ਕਦੇ ਵੀ ਨਹੀਂ। ਜਿਉਂਦੀਆਂ ਜਾਗਦੀਆਂ ਕੌਮਾਂ ਕਦੇ ਆਪਣੇ ਧਾਰਮਿਕ ਸਥਾਨਾਂ ਤੇ ਕੀਤੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ। ਪਿਪਲੀ ਸਾਹਿਬ ਦੇ ਮੈਦਾਨ ਅੰਦਰ ਦੁਨੀਆ ਦੇ ਸਭ ਤੋਂ ਵੱਡੇ ਜੇਤੂ ਨਾਲ ਫਿਰ ਟੱਕਰ ਹੋਈ, ਕੋਪਰ ਹੀੜੇ ਦੇ ਮੈਦਾਨ ਦੀ ਟੱਕਰ ਤੋਂ 8 ਮਹੀਨੇ ਬਾਅਦ। ਔਰ ਦੁਨੀਆ ਜਾਣਦੀ ਹੈ, ਇਤਿਹਾਸ ਗਵਾਹ ਹੈ, ਏਸ਼ੀਆ ਦੇ ਉਸ ਮਹਾਨ ਜੇਤੂ ਨੂੰ ਉਹਨਾਂ ਲੋਕਾਂ ਦੇ ਵਾਰਸਾਂ ਨੇ ਹਾਰ ਦਿੱਤੀ ਜਿਨ੍ਹਾਂ ਦੇ ਵੱਡ ਵਡੇਰਿਆਂ ਦੇ ਉਹ 50 ਗੱਡੇ ਸਿਰਾਂ ਦੇ ਭਰ ਕੇ ਲੈ ਗਿਆ ਸੀ ਔਰ ਇੱਥੋਂ ਭੱਜ ਕੇ ਲਾਹੌਰ ਗਿਆ ਜਾਨ ਬਚਾ ਕੇ ਪਿਪਲੀ ਸਾਹਿਬ ਦੇ ਮੈਦਾਨ ਚੋਂ। ਇਹ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਖਾਲਸਿਓ, ਤੁਹਾਡਾ ਇਤਿਹਾਸ। ਹਾਰ ਜਾਣਾ ਪਾਪ ਨਹੀਂ, ਲੇਕਿਨ ਹਾਰ ਮੰਨ ਜਾਣੀ ਪਾਪ ਹੈ। ਔਰ ਜਿੱਤਾਂ ਹਾਰਾਂ ਬੜੀਆਂ ਰਹਿੰਦੀਆਂ ਨੇ। ਉਸ ਲੜਾਈ ਵਿੱਚ ਬਹੁਤ ਸਾਰੇ ਸਿਪਾਹੀ ਅਬਦਾਲੀਆਂ ਦੇ ਕਾਬੂ ਆ ਗਏ। ਖਾਲਸੇ ਨੇ ਉਹਨਾਂ ਨੂੰ 2 ਵਕਤ ਦੀ ਰੋਟੀ ਦੇਣੀ। ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਉਹਦੇ ਵਿੱਚ ਉਹਨਾਂ ਤੋਂ ਵੀ ਸੇਵਾ ਕਰਵਾਈ ਵੀ ਜਿੰਨਾ ਹੱਥਾਂ ਨਾਲ ਸਰੋਵਰ ਪੂਰ ਕੇ ਗਏ ਸੀ ਹੁਣ ਇਹਨਾਂ ਨੂੰ
ਇਹਨੂੰ ਖਾਲੀ ਵੀ ਤੁਸੀਂ ਕਰੋਗੇ। ਤੇ ਉਹ ਨਾਲੇ ਟੋਕਰੀ ਨਾਲ ਸੇਵਾ ਕਰਦੇ ਤੇ ਨਾਲੇ ਖਾਲਸੇ ਦੇ ਗੁਣ ਗਾਉਂਦੇ। ਤੇ ਕਈ ਵਾਰੀ ਜਿਹੜੀ ਗੱਲ ਜੇਨ 'ਚ ਹੋਵੇ ਉਹ ਰਸਨਾ ਤੇ ਆ ਜਾਂਦੀ ਹੈ ਤੇ ਸੇਵਾ ਕਰਦਿਆਂ ਯਾ ਅੱਲਾ ਵੀ ਕਹਿ ਦਿੰਦੇ ਸੀ। ਫਿਰ ਦੂਜੇ ਨੇ ਮੋਢਾ ਮਾਰ ਕੇ ਆਖਣਾ ਉਹ ਇੱਥੇ ਵਾਹਿਗੁਰੂ ਕਹਿ, ਇਹ ਸਿੱਖਾਂ ਦਾ ਦਰਬਾਰ ਹੈ। ਪਰ ਖਾਲਸੇ ਉਹਨਾਂ ਦੇ ਉੱਤੇ ਤਸ਼ੱਦਦ ਨਹੀਂ ਸੀ ਕਰਦੇ। ਔਰ 2 ਵਕਤ ਦਾ ਪ੍ਰਸ਼ਾਦਾ ਜਦੋਂ ਸਾਰਾ ਸਰੋਵਰ ਖਾਲੀ ਹੋ ਗਿਆ, ਬਣ ਗਈ ਇਹ ਸਾਰਾ ਪ੍ਰੋਗਰਾਮ, ਫਿਰ ਇਹਦੀ ਦੁਬਾਰਾ ਬੁਨਿਆਦ ਜੱਸਾ ਸਿੰਘ ਆਹਲੂਵਾਲੀਆ ਔਰ ਕੌਮ ਦੇ ਵੱਡਿਆਂ ਸਰਦਾਰਾਂ ਨੇ ਰੱਖੀ। ਦੇਸ਼ ਰਾਜ ਸੁਰ ਸਿੰਘੀਆ ਸਹਿਜਧਾਰੀ ਗੁਰੂ ਕਾ ਲਾਲ ਉਹਦੀ ਡਿਊਟੀ ਲਾਈ ਵੀ ਸਾਡਾ ਤੇ ਜੰਗਾਂ ਯੁੱਧਾਂ ਨਾਲ ਵਾਸਤਾ ਹੈ, ਤੂੰ ਇੱਥੇ ਬਹਿ ਕੇ ਇਹਦਾ ਦੁਬਾਰਾ ਨਿਰਮਾਣ ਕਰ। ਪਹਿਲੇ ਦਿਨ ਜਿਹੜੀ ਮਾਇਆ ਇਕੱਠੀ ਹੋਈ 9 ਲੱਖ ਰੁਪਇਆ ਸੀ, ਜਿਹਦੇ ਵਿੱਚ ਕੌਮ ਦੇ ਸਰਦਾਰਾਂ ਦਾ ਵੱਡਾ ਹਿੱਸਾ ਸੀ। ਅੱਜ ਜਿਹੜੀ ਤੁਸੀਂ ਇਮਾਰਤ ਵੇਖ ਰਹੇ ਹੋ ਇਹ ਉਹਨਾਂ ਕੌਮ ਦੇ ਸਰਦਾਰਾਂ ਦੀ ਬਣਾਈ ਹੋਈ ਇਮਾਰਤ ਹੈ। ਸੋਨਾ ਇਹਦੇ ਉੱਤੇ 1831 ਵਿੱਚ ਚੜਿਆ। ਉਸ ਤੋਂ ਪਹਿਲਾਂ ਸੋਨੇ ਦਾ ਕੋਈ ਇਤਿਹਾਸ ਸਾਡੇ ਸਾਹਮਣੇ ਨਹੀਂ ਆਉਂਦਾ। ਉਸ ਤੋਂ ਬਾਅਦ ਇਹਨੂੰ ਲੋਕ ਗੋਲਡਨ ਟੈਂਪਲ ਵੀ ਕਹਿਣ ਲੱਗ ਪਏ। ਖੈਰ ਹੁਣ ਇਹ ਸਰੋਵਰ ਵਿੱਚ ਪਾਣੀ ਭਰ ਕੇ ਹਰਮੰਦਰ ਦੀ ਉਸਾਰੀ ਕਰਕੇ ਹੁਣ ਖਾਲਸਾ ਪੰਥ ਨੇ ਇੱਥੇ ਪੱਕੇ ਪਹਿਰੇ ਲਾ ਲਏ ਤਾਂ ਕਿ ਇਹਦੀ ਹਿਫਾਜ਼ਤ ਕੀਤੀ ਜਾਏ। ਬੁੱਢਾ ਦਲ ਨੂੰ ਆਖਿਆ ਵੀ ਤੁਸੀਂ ਮਾਰਾ ਮਾਰੋ ਤੇ ਅਸੀਂ ਇੱਥੇ 5 ਮਿਸਲਾਂ, ਮਿਸਲ ਕਨਈਆ, ਮਿਸਲ ਨਕਈਆ ਔਰ ਮਿਸਲ ਸ਼ੁਕਰ ਚੱਕੀਆ, ਮਿਸਲ ਰਾਮਗੜੀਆਂ ਦੀ ਤੇ ਮਿਸਲ ਭੰਗੀਆਂ ਦੀ, ਇਹ 15,000 ਗੁਰੂ ਕਾ ਖਾਲਸਾ ਸੀ। ਇਹਨਾਂ ਵਿੱਚੋਂ ਵੱਡਾ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਸੀ। ਹੁਣ ਵਿਸਾਖੀ ਆ ਗਈ 1863 ਦੀ, 1763 ਦੀ ਇਹ ਵਿਸਾਖੀ ਖਾਲਸਾ ਮਨਾ ਰਿਹਾ। ਅਕਾਲ ਤਖਤ ਦੇ ਸਾਹਮਣੇ ਦੀਵਾਨ ਲੱਗਾ ਹੈ, ਢਾਡੀ ਜਥਾ ਕੀਰਤਨ ਕਰ ਰਿਹਾ ਤੇ ਉਹਨੇ ਆਖਿਆ ਗੁਰੂ ਕਿਉਂ ਖਾਲਸਿਓ ਇਹ ਗੱਲ ਮਾਣ ਨਾਲ ਕਹਿ ਦਿਆ ਕਰੋ, ਜੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਤੇ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟ ਜਾਂਦਾ। ਅਜੇ ਇੰਨੀ ਗੱਲ ਕਹਿਣ ਦੀ ਢੇਰ ਸੀ, ਇੱਕ ਹਿੰਦੂਆਂ ਦਾ ਮੁੰਡਾ ਉੱਠਿਆ, ਸਿਰ ਉੱਤੇ ਸਾਫਾ ਬੱਧਾ, 22-23 ਸਾਲ ਦੀ ਉਮਰ, ਭੁੱਬਾ ਮਾਰ ਕੇ ਰੋਣ ਲੱਗ ਪਿਆ। ਕਹਿੰਦਾ ਗੁਰੂ ਤੇਗ ਬਹਾਦਰ ਦੀ ਗੱਲ ਕਰਨ ਵਾਲਿਓ ਕੋਈ ਮੇਰਾ ਵੀ ਦੁੱਖ ਸੁਣੋ, ਮੈਂ ਕਸੂਰ ਤੋਂ ਆਇਆ ਹਾਂ, ਤੁਹਾਡੀ ਆਸ ਲੈ ਕੇ ਮੈਨੂੰ ਸਭ ਥਾਂ ਤੋਂ ਧੱਕੇ ਪਏ ਨੇ। ਕਿਸੇ ਨੇ ਆਖਿਆ ਸੀ ਖਾਲਸੇ ਦੇ ਦਰਬਾਰ ਵਿੱਚ ਜਾ, ਆਓ ਗੁਰੂ ਕੇ ਖਾਲਸੇ ਦੇ ਦਰਬਾਰ ਵਿੱਚ ਹੱਥ ਜੋੜ ਕੇ ਅੱਖਾਂ ਨੀਵੀਆਂ ਕਰਕੇ ਉਹ ਦੁੱਖਾਂ ਦਾ ਮਾਰਿਆ ਹੋਇਆ ਹਿੰਦੂ, ਕਸੂਰ ਦਾ ਹਿੰਦੂ ਨੌਜਵਾਨ ਜਿਵੇਂ ਆਪਣੀ ਦੁੱਖਾਂ ਭਰੀ ਦਾਸਤਾਨ ਖਾਲਸੇ ਦੇ ਦਰਬਾਰ ਵਿੱਚ ਰੱਖਦਾ, ਇਉਂ ਬੇਨਤੀ ਕੀਤੀ ਜਾ ਰਹੀ। ਹੋਇਆ ਪ੍ਰਗਟ ਵਿਸਾਖੀ ਨੂੰ ਖਾਲਸਾ ਹੈ, ਸਿੰਘ ਸੂਰਮੇ ਪੁਰਬ ਮਨਾ ਰਹੇ ਸੀ। ਜਿਹੜੇ ਪੜੇ ਸਿਪਾਹੀ ਅਬਦਾਲੀਆਂ ਦੇ ਸੇਵਾ ਉਹਨਾਂ ਕੋਲੋਂ ਸਿੰਘ ਕਰਵਾ ਰਹੇ ਸੀ। ਸਮਾਂ ਜਾਣ ਦੁਪਹਿਰ ਅਪ੍ਰੈਲ ਮਹੀਨਾ, ਗੈਮਾ ਗੈਮ ਪੰਡਾਲ ਵਿੱਚ ਹੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਪ੍ਰਗਟ ਵਿਸਾਖੀ ਨੂੰ ਖਾਲਸਾ ਹੈ, ਸਿੰਘ ਸੂਰਮੇ ਪੁਰਬ ਮਨਾ ਰਹੇ ਸੀ। ਜਿਹੜੇ ਪੜੇ ਸਿਪਾਹੀ ਅਬਦਾਲੀਆਂ ਦੇ ਸੇਵਾ ਉਹਨਾਂ ਕੋਲੋਂ ਸਿੰਘ ਕਰਵਾ ਰਹੇ ਸੀ। ਸਮਾਂ ਜਾਣ ਦੁਪਹਿਰ ਅਪ੍ਰੈਲ ਮਹੀਨਾ, ਗੈਮਾ ਗੈਮ ਪੰਡਾਲ ਵਿੱਚ ਹੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਗਈ ਢੱਡ ਸਰੰਗੀ ਦੀ ਆਵਾਜ਼ ਮੱਠੀ, ਜਥਾ ਗਾਉਣ ਵਾਲਾ ਪਰੇਸ਼ਾਨ ਹੋਇਆ। ਖੁਸ਼ੀ ਵਿੱਚ ਸਨਾਟਾ ਜਾ ਛਾ ਗਿਆ ਸੀ ਜਦੋਂ ਬਿਪ ਦੇ ਵੱਲ ਧਿਆਨ ਹੋਇਆ। ਭਾਣਾ ਵਰਤਿਆ ਰੰਗ ਵਿੱਚ ਭੰਗ ਪੈ ਗਈ, ਪੰਡਤ ਗਮਾਂ ਦਾ ਹਾਰ ਪਰੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਜਥੇਦਾਰ ਨੇ ਆਖਿਆ ਗਰਮ ਹੋ ਕੇ, ਜਥੇਦਾਰ ਨੇ ਆਖਿਆ ਗਰਮ ਹੋ ਕੇ, ਕਾਤੋਂ ਰੋ ਰੋ ਕੇ ਹਾਲ ਮੁਜ਼ਾਰਿਆ ਈ। ਸਾਰੀ ਵਾਰਤਾ ਆਣ ਕੇ ਦੱਸ ਮੈਨੂੰ, ਰੌਲਾ ਕਿਉਂ ਦੀਵਾਨ ਵਿੱਚ ਪਾ ਰਿਆ ਈ। ਹੋਵੇ ਪਿਪਰ ਦੁਖਿਆਰ ਨਾ ਗਾ ਹੋਵੇ, ਗਾ ਹੋਵੇ। ਰੋਵੇ ਪਿਪਰ ਦੁਖਿਆਰ ਨਾ ਗਾ ਹੋਵੇ, ਦੂਰੋਂ ਖੜਾਈ ਕਰੀ ਅਰਜ਼ੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਕਰੋ ਇਮਦਾਦ ਗੁਰੂ ਖਾਲਸਾ ਜੀ, ਆਇਆ ਤੱਕ ਕੇ ਦਰ ਹਜੂਰ ਦਾ ਮੈਂ। ਪੰਡਤ ਕੌਮ ਪਠਾਣਾ ਨੇ ਤੰਗ ਕੀਤੀ, ਐ ਪ੍ਰਵਾਸੀ ਹਾਂ ਸ਼ਹਿਰ ਕਸੂਰ ਦਾ ਮੈਂ। ਚੱਲੀ ਗੱਲ ਦੀਵਾਨ ਵਿੱਚ ਖਾਲਸਾ ਜੀ, ਸੱਚੀ ਬਾਤ ਨਾ ਕਦੇ ਲਕੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ ਖੜਾ ਵਿੱਚ ਦੀਵਾਨ ਦੇ ਰੋਈ ਜਾਵੇ।
ਸਮਾਂ ਹੈ ਜ਼ੁਲਮ ਦੀ ਅੱਗ ਵਰਦੀ, ਜ਼ਾਲਮ ਰਤਾ ਨਾ ਕੋਈ ਲਿਹਾਜ਼ ਕਰਦੇ। ਡਰਦੇ ਨਹੀਂ ਖੁਦਾ ਦੇ ਅਦਲ ਕੋਲੋਂ, ਨਾਲ ਤੇਗ ਦੇ ਯੋਰ ਦੇ ਰਾਜ ਕਰਦੇ। ਖੂਨ ਡੁੱਲਦਾ ਪਿਆ ਬੇਦੋਸ਼ੀਆਂ ਦਾ, ਨਿਤ ਜਿੰਦ ਮਜਲੂਮ ਦੀ ਕੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ, ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਮੈਂ ਸੁਣਿਆ ਨਾਵੇਂ ਗੁਰਦੇਵ ਜੀ ਨੇ, ਸ਼ਰਨ ਪਿਆਂ ਦਾ ਦਰਦ ਨਵਾਲ ਦਿੱਤਾ। ਤਿਲਕ ਜੰਜੂ ਦੀ ਹੋਂਦ ਬਚਾਉਣ ਬਦਲੇ, ਸੀਸ ਹੱਸ ਕੇ ਧਰਮ ਤੋਂ ਵਾਰ ਦਿੱਤਾ। ਇਸੇ ਤਰ੍ਹਾਂ ਦੁਖਿਆਰ ਦੀ ਬੇਨਤੀ ਹੈ, ਮੇਲਾ ਗੁਰੂ ਦਰਬਾਰ ਚੋਂ ਢੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ, ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਬਿਨਾਂ ਤੁਸਾਂ ਦੇ ਹੋਰ ਨਾ ਆਸ ਰਾਜੇ, ਮੇਰ ਕਰੋ ਬਣ ਕੇ ਦਇਆਵਾਨ ਸਿੰਘੋ। ਨਹੀਂ ਤੇ ਮਾਰ ਕੇ ਮਰਾਂਗਾ ਛੁਰੀ ਇੱਥੇ, ਤੜਫ ਤੜਫ ਕੇ ਦੇਵਾਂਗਾ ਜਾਨ ਸਿੰਘੋ। ਕੋਮਲ ਕਲੀ ਦਰਿੰਦਿਆਂ ਹੱਥ ਆਈ, ਕਿਤੇ ਸੋਗਣਾ ਉਹਦੀ ਖੁਸ਼ਬੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ, ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਆ ਕੇ ਪੰਡਤ ਨੇ ਧਾ ਮਾਰੀ, ਅੱਖਾਂ ਉਹਦੀਆਂ ਚੋਂ ਪਾਣੀ ਵਹਿਣ ਲੱਗਾ। ਰੋਂਦੇ ਪੰਡਤ ਨੂੰ ਤੱਕ ਵਿਰਲਾਪ ਕਰਦਾ, ਡੋਬ ਸਿੰਘਾਂ ਦੇ ਕਾਲਜੇ ਪੈਣ ਲੱਗਾ। ਭਾਗੋ ਵਾਲੀਆ ਕਹੇ ਲਾਹੌਰੀਏ ਨੂੰ, ਲਾਹੌਰੀਏ ਨੂੰ। ਭਾਗੋ ਵਾਲੀਆ ਕਹੇ ਲਾਹੌਰੀਏ ਨੂੰ, ਤੇਗ ਖਾਨਾ ਦੇ ਖੂਨ ਵਿੱਚ ਧੋਈ ਜਾਵੇ। ਉੱਚੀ ਬਾਹ ਕਰਕੇ ਮੁੰਡਾ ਪੰਡਤਾਂ ਦਾ, ਖੜਾ ਵਿੱਚ ਦੀਵਾਨ ਦੇ ਰੋਈ ਜਾਵੇ। ਖਾਲਸਾ ਜੀ, ਇਹ ਦੁਨੀਆ ਇੱਕ ਸੰਘਰਸ਼ ਹੈ। ਬਲਵਾਨ ਕੌਮਾਂ ਬਚ ਜਾਂਦੀਆਂ ਨੇ, ਕਮਜ਼ੋਰ ਕੌਮਾਂ ਮਰ ਜਾਇਆ ਕਰਦੀਆਂ ਨੇ, ਖਤਮ ਹੋ ਜਾਇਆ ਕਰਦੇ ਹਨ। ਸੰਸਾਰ ਦੀ ਤਵਾਰੀਖ ਨੂੰ ਪੜੋ, ਬੜੀਆਂ ਵੱਡੀਆਂ ਕੌਮਾਂ ਦੇ ਅੱਜ ਨਾਮੋ ਨਿਸ਼ਾਨ ਨਹੀਂ ਲੱਭਦੇ, ਤੇ ਜਿਨ੍ਹਾਂ ਨੂੰ ਕਦੇ ਮਿਟਾਉਣ ਦਾ ਯਤਨ ਕੀਤਾ, ਉਹਨਾਂ ਦੇ ਪੰਚਮ ਝੂਲਦੇ ਤੁਹਾਨੂੰ ਵਰਲਡ ਵਿੱਚ ਦਿਖਾਈ ਦਿੰਦੇ ਨੇ। ਉਹਦਾ ਕਾਰਨ ਜਿਹੜੀਆਂ ਕੌਮਾਂ ਜਿੱਤਾਂ ਹਾਰਾਂ ਦੇ ਫੈਸਲੇ ਦੀ ਉਡੀਕ ਨਹੀਂ ਕਰਦੀਆਂ, ਬਲਕਿ ਆਪਣੇ ਸੰਘਰਸ਼ ਨੂੰ ਜਾਰੀ ਰੱਖਦੀਆਂ ਨੇ, ਔਰ ਉਹ ਕੌਮਾਂ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਇਆ ਕਰਦੇ ਹਨ। ਉਹ ਪੰਡਤ ਕਸੂਰ ਦਾ ਰਹਿਣ ਵਾਲਾ ਸੀ। ਕਸੂਰ ਉਸ ਵਕਤ ਉਸਮਾਨ ਖਾਨ ਦੀ ਕਮਾਂਡ ਹੇਠ ਸੀ, ਔਰ ਇਹ ਹਾਕਮ ਬੜਾ ਜ਼ਾਲਮ ਸੀ, ਤਾਕਤਵਰ ਸੀ। ਇਹਨੇ ਆਰਡਰ ਦੇ ਰੱਖਿਆ ਸੀ ਕਿ ਇੱਥੋਂ ਦੇ ਹਿੰਦੂਆਂ ਦੇ ਉੱਤੇ ਵੱਧ ਤੋਂ ਵੱਧ ਜ਼ੁਲਮ ਕੀਤਾ ਜਾਏ, ਗਾਈਆਂ ਹਲਾਲ ਕਰਨੀਆਂ, ਔਰ ਉਹਨਾਂ ਨੂੰ ਤਾਨੇ ਮਿਹਣੇ ਮਾਰਨੇ, ਉਹਨਾਂ ਦੀਆਂ ਬਹੂ ਬੇਟੀਆਂ ਚੁੱਕ ਕੇ ਲਿਆਉਣੀਆਂ। ਇਹ ਇਹਨਾਂ ਦੇ ਨਿਤ ਦਾ ਕਰਮ ਸੀ ਖਾਲਸਾ ਜੀ। ਇਹ ਪੰਡਤ ਵਿਚਾਰਾ ਆਪਦੀ ਘਰਵਾਲੀ ਨੂੰ ਲੈ ਕੇ ਬਾਜ਼ਾਰ ਵਿੱਚ ਸੌਦਾ ਪੱਤਾ ਖਰੀਦਣ ਗਿਆ, ਤੇ ਯਾਦ ਰੱਖੋ ਜਿਹੜੀ ਚੀਜ਼ ਮਨੁੱਖ ਨੂੰ ਚੰਗੀ ਲੱਗ ਪਏ, ਮਨੁੱਖ ਉਹਦਾ ਲਾਲਚੀ ਹੋ ਜਾਂਦਾ, ਉਹਦਾ ਦੁਸ਼ਮਣ ਬਣ ਜਾਂਦਾ ਹੈ। ਔਰ ਇਹਦੀ ਘਰਵਾਲੀ ਦੀ ਸੁੰਦਰਤਾ, ਸੁਹੱਪਣ, ਉਸਮਾਨ ਖਾਨ ਦਾ ਮਨ ਕਾਲਾ ਹੋ ਗਿਆ, ਔਰ ਧੱਕੇ ਨਾਲ ਚੁੱਕ ਕੇ ਉਹ ਆਪਣੇ ਮਹਿਲਾਂ ਵਿੱਚ ਲੈ ਗਿਆ। ਇਹ ਪੰਡਤ ਤਾਹਾ ਮਾਰ ਕੇ ਮੁੜਿਆ, ਕਿਸੇ ਨੇ ਇਹਦੀ ਫਰਿਆਦ ਨਾ ਸੁਣੀ। ਇਹ ਮੰਦਰਾਂ ਵਿੱਚ ਗਿਆ ਤੇ ਦੇਵੀ ਦੇਵਤਿਆਂ ਨੇ ਕੰਨਾਂ ਵਿੱਚ ਰੂੰ ਦੇ ਲਿਆ। ਇਹ ਮਰਟਿਆਂ ਕਿਉਂ ਗਿਆ ਤੇ ਉਹਨਾਂ ਆਖਿਆ, ਭਰਾਵਾ ਏਡੀ ਵੱਡੀ ਤਾਕਤ ਨਾਲ ਟੱਕਰ ਕੌਣ ਲੈ। ਇਹ ਰਾਜਪੂਤਾਂ ਕਿਉਂ ਗਿਆ ਤੇ ਕਿਸੇ ਨੇ ਇਹਦੀ ਗੱਲ ਨਾ ਸੁਣੀ। ਇਹ ਆਤਮ ਹੱਤਿਆ ਕਰਨ ਲੱਗਾ ਤੇ ਇਹਨੂੰ ਕੋਈ ਗੁਰੂ ਕਾ ਲਾਲ ਮਿਲਿਆ। ਉਹਨੇ ਆਖਿਆ, ਮਰਨਾ ਵੀ ਕੋਈ ਬਹਾਦਰੀ ਹੈ, ਜ਼ਿੰਦਗੀ ਭਰ ਸੰਘਰਸ਼ ਕਰਨਾ ਚਾਹੀਦਾ ਹੈ। ਇਹਨੇ ਆਖਿਆ, ਹੋਰ ਮੇਰੇ ਕੋਲ ਚਾਰਾ ਵੀ ਕੋਈ ਨਹੀਂ ਹੈ, ਮਰਨ ਤੋਂ ਬਿਨਾਂ ਮੈਂ ਕਰਾਂ ਵੀ ਕੀ, ਮੈਨੂੰ ਕੋਈ ਹਨੇਰੇ ਵਿੱਚ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਉਹਨੇ ਆਖਿਆ, ਮਿੱਤਰਾ ਗੁਰੂ ਰਾਮਦਾਸ ਜੀ ਦੇ ਘਰ ਜਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਪੰਥ ਸਾਜਿਆ, ਉਹਦੇ ਦੋ ਕੰਮ ਨੇ, ਇੱਕ ਤੇ ਆਪਣੀ ਰੱਖਿਆ ਕਰਨੀ, ਇੱਕ ਮਜਲੂਮ ਦੀ ਰੱਖਿਆ ਕਰਨੀ। ਔਰ ਅਕਾਲ ਤਖਤ ਤੇ ਗੁਰੂ ਕੇ ਸਿੰਘ ਬੈਠੇ ਨੇ, ਜਾ ਕੇ ਉਹਨਾਂ ਕੋਲ ਫਰਿਆਦ ਕਰ, ਤੇ ਜੇ ਗੁਰੂ ਕਾ ਖਾਲਸਾ ਵੀ ਤੇਰੀ ਗੱਲ ਨਾ ਸੁਣੇ ਤੇ ਫਿਰ ਤੂੰ ਆਤਮ ਹੱਤਿਆ ਕਰ ਲੈ, ਫਿਰ ਤੈਨੂੰ ਰੋਕਦਾ ਕੋਈ ਨਹੀਂ। ਇਸ ਤਰ੍ਹਾਂ ਇਹ ਸਤਿਗੁਰਾਂ ਦੇ ਖਾਲਸੇ ਦਾ ਆਸਰਾ ਲੈ ਕੇ ਸ੍ਰੀ ਅਕਾਲ ਤਖਤ ਸਾਹਮਣੇ ਦੇ ਭਰੇ ਹੋਏ ਦੀਵਾਨ ਵਿੱਚ ਆਇਆ। ਯਾਦ ਰੱਖੋ,
ਦਰਬਾਰ ਸਾਹਿਬ ਬਣਾਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੀ ਸਿਰਜਣਾ ਦਾ ਮਤਲਬ ਹੀ ਇਹ ਸੀ ਕਿ ਇੱਥੇ ਬੈਠ ਕੇ ਖਾਲਸਾ ਪੰਥ ਆਪਣੇ ਆਉਣ ਵਾਲੇ ਭਵਿੱਖ ਦੀਆਂ ਵਿਚਾਰਾਂ ਕਰ ਸਕੇ ਔਰ ਰਾਜਨੀਤੀ ਨੂੰ ਧਰਮ ਨਾਲ ਜੋੜ ਕੇ ਇਹਨੂੰ ਦੁਨੀਆ ਦੇ ਭਲਾਈ ਵਾਸਤੇ, ਦੁਨੀਆ ਦੇ ਪਰਉਪਕਾਰ ਵਾਸਤੇ ਵਰਤ ਸਕੇ। ਔਰ ਉਹ ਸਾਡਾ ਮਰਕਜ਼, ਉਹ ਸਾਡਾ ਕੇਂਦਰ ਹੈ। ਜਦ ਇਸ ਪੰਡਤ ਨੇ ਰੋ ਰੋ ਕੇ ਕਹਾਣੀ ਦੱਸੀ ਤੇ ਉਰਦੂ ਦਾ ਸ਼ਾਇਰ ਕਹਿੰਦਾ, ਜੋ ਦਿਲ किसी के गम में शामिल नहीं होता कुछ और बला होती है वो दिल ही नहीं होता। जेड़ा दिल किसी का दर्द सुन के पिघले ही ना, उन्होंने मांस का टुकड़ा तो नहीं कहा जा सकता, पर खालसे का दिल ये तो समुद्र वर्गा है, अपने विच लको लेंदा, सारियां नूं आसरा देंदा है। सरदार हरी सिंह ने आख्या, काका नेड़े हो, हुण तक कित्थों कित्थों घूम के आया, सारी कहानी दसी। और उन्हें आख्या लंगर छकिया, इन्हें आख्या कौम दे सरदारा पग लथ जाए, इज्जत महफूज ना रहे, आंदरां नूं हथ पिया होवे ते रोटी खाण नूं जी करदा। कौम दे सरदार ने आख्या, साडे घर दा एक असूल है, असीं किसे नूं लारा नहीं लाउंदे, जां तां तैनूं हां करांगे जां तैनूं ना करांगे, जां तूं लंगर छक के आ पहिलां, जदों नूं तूं लंगर छक के मुड़ के वापस आएगा उदों तक पंथ फैसला कर लेगा भी तेरी इमदाद करनी, तैनूं इनकार करना। वेखो खालसे दे गुरमते खालसा जी, वो लंगर छकन चला गया। कौम दे ढाडी नूं आख्या भी तूं जरा हुण आराम कर लै, असीं नवीं विचारधारा उत्ते विचार कर सकीए। सारे जरनैलां नूं आवाज मारी। कौम दे निहंग सिंह, बब्बर शेर और मशहरियां नूं दित्ते होए ता, गुट्टां विच लोहे दे कड़े, हथ मल्लो मल्ली तलवारां ते जाण। सरदार हरी सिंह ने सारा मजमून सामने रखिया और नाल ही गल रखी, खालसा जी हुण ये बड़ा मामला गंभीरता नाल सोचण वाला है। ਉਹ ਸਾਰਿਆਂ ਥਾਵਾਂ ਤੋਂ ਧੱਕੇ ਖਾ ਕੇ ਮੁੜਿਆ, ਜੇ ਉਹਨੂੰ ਕਰੀਏ ਨਾ, ਲੋਕ ਕਹਿਣਗੇ ਸਰਬੱਤ ਦਾ ਭਲਾ ਰੋਜ਼ਾਨਾ ਮੰਗਦੇ ਪਰ ਪ੍ਰੈਕਟੀਕਲ ਨਹੀਂ ਕਰਦੇ, ਇਹ ਲਾਜ ਲੱਗਦੀ ਹੈ। ਤੇ ਜੇ ਉਹਨੂੰ ਕਰੀਏ ਹਾਂ, ਫਿਰ ਲੜਾਈ ਗਲ ਪੈਂਦੀ ਹੈ, ਫਿਰ ਉਹਦੇ ਬਦਲੇ ਕਸੂਰ ਤੇ ਹਮਲਾਵਰ ਹੋ ਕੇ ਜਾਣਾ ਪਏਗਾ। 12 ਕਿਲੇ ਕਸੂਰ ਦੇ ਔਰ 12 ਕਿਲਿਆਂ ਦੇ 12 ਕਿਲੇਦਾਰ, ਉਹ ਤਾਕਤ ਜਿਹਨੂੰ ਅੱਜ ਤੱਕ ਕਿਸੇ ਨੇ ਲੁਫਾਇਆ ਨਹੀਂ। ਸਾਡੀ ਟੱਕਰ ਇਸ ਪੰਡਤ ਦੀ ਪੰਤਾਣੀ ਕਰਕੇ ਉਹਦੇ ਨਾਲ ਲੱਗੇਗੀ, ਇਹਦੇ ਦੁੱਖ ਕਰਕੇ ਸਾਡੀ ਟੱਕਰ ਉਸ ਵੱਡੀ ਤਾਕਤ ਨਾਲ ਲੱਗੇਗੀ। ਉੱਥੇ ਸ਼ਹਾਦਤਾਂ ਵੀ ਹੋਣਗੀਆਂ, ਉੱਥੇ ਲਹੂ ਵੀ ਡੁੱਲੇਗਾ, ਉੱਥੇ ਨੁਕਸਾਨ ਵੀ ਹੋਵੇਗਾ। ਇਹ ਹੁਣ ਤੁਸੀਂ ਦੱਸੋ, ਮਾਮਲਾ ਪੰਥ ਦੀ ਕਚਹਿਰੀ ਵਿੱਚ ਵੀ ਕੀ ਕਰਨਾ ਚਾਹੀਦਾ। ਇਹਨੂੰ ਆਪਾਂ ਪੁਰਾਤਨ ਬੋਲੀ ਵਿੱਚ ਕਹਿੰਦੇ ਸਾਂ ਗੁਰਮਤੇ, ਹੁਣ ਗੁਰਮਤੇ ਨਹੀਂ ਹੁੰਦੇ। ਹੁਣ ਤੇ ਅਕਾਲ ਤਖਤ ਉੱਤੇ ਇੱਕ ਧਿਰ ਕਾਬਜ ਹੈ, ਜੋ ਉਹਦੀ ਮਰਜ਼ੀ ਹੋਵੇ ਉਹੀ ਉੱਥੇ ਹੁੰਦਾ ਹੈ। ਲੇਕਿਨ ਉਦੋਂ ਮਿਸਲਾਂ ਗੁਰਮਤੇ ਤੋਂ ਰੋਸ਼ਨੀ ਲਿਆ ਕਰਦੀਆਂ ਸਨ ਕਿ ਸਾਰਿਆਂ ਦੀ ਸਲਾਹ ਕੀ ਹੈ। ਉੱਥੇ ਇੱਕ ਕੌਮ ਦਾ ਨਿਹੰਗ ਸਿੰਘ ਉੱਠਿਆ, ਉਹਨੇ ਆਖਿਆ, ਖਾਲਸਾ ਜੀ ਅੱਜ ਵੀ ਸੀਸ ਗੁਰੂ ਦਾ ਹੈ, ਕੱਲ ਵੀ ਸੀਸ ਗੁਰੂ ਦਾ ਹੈ, ਤੇ ਜੇ ਇਸ ਇਹਦੇ ਫਰਿਆਦ ਦੇ ਮਜਮੂਨ ਨੂੰ ਮੁੱਖ ਰੱਖ ਕੇ ਸ਼ਹਾਦਤਾਂ ਵੀ ਹੋ ਜਾਣ ਤੇ ਸੌਦਾ ਮਹਿੰਗਾ ਨਹੀਂ, ਇਹਦੀ ਬਾਂਹ ਫੜ ਕੇ ਤੇ ਇਹਦਾ ਮਸਲਾ ਹੱਲ ਕਰਨਾ ਚਾਹੀਦਾ। ਇੱਕ ਹੋਰ ਨਿਹੰਗ ਸਿੰਘ ਉੱਠਿਆ, ਉਹਨੇ ਆਖਿਆ, ਮੇਰੀ ਰਾਏ ਇਹ ਹੈ ਵੀ ਬੁੱਢਾ ਦਲੀਆਂ ਨੂੰ ਵੀ ਵਿੱਚ ਪਾ ਲਈਏ ਤੇ ਤਗੜੀ ਤਾਕਤ ਬਣਾ ਕੇ ਜਾਈਏ। ਤੀਜਾ ਨਿਹੰਗ ਸਿੰਘ ਉੱਠਿਆ, ਉਹਦੇ ਚਿਹਰੇ ਦਾ ਜਲਾਲ ਕੋਈ ਵੱਖਰੀ ਕਿਸਮ ਦਾ ਸੀ। ਉਹਨੇ ਆਖਿਆ, ਮੈਂ ਇਸ ਤਜਵੀਜ਼ ਨਾਲ ਸਹਿਮਤ ਨਹੀਂ ਹੈ। ਬੁੱਢਾ ਦਲ ਕਦੋਂ ਆਵੇ, ਉਹ ਵਿਚਾਰੀ ਕੰਨਿਆ, ਉਹ ਗਰੀਬ ਪੰਡਤਾਂ ਦੀ ਧੀ ਉੱਥੇ ਨਰਕਾਂ ਦੇ ਦੁੱਖ ਭੋਗਦੀ ਰਹੇ ਤੇ ਅਖੀਰ ਆਤਮ ਹੱਤਿਆ ਕਰਕੇ ਮਰ ਜਾਏ, ਤੇ ਫਿਰ ਤੁਹਾਡੇ ਚੜ੍ਹਾਈ ਕਰਨ ਦਾ ਕੀ ਫਾਇਦਾ ਹੈ। ਇਸ ਕਰਕੇ ਤੁਹਾਨੂੰ ਇਸੇ ਵਕਤ ਉਸ ਕੰਨਿਆ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਜਾਣਾ ਚਾਹੀਦਾ ਹੈ। ਖਾਲਸਾ ਜੀ ਯਾਦ ਰੱਖੋ, ਕੋਈ ਉਹਦੇ ਨਾਲ ਬਲੱਡ ਰਿਸ਼ਤਾ ਨਹੀਂ ਹੈ। ਇਹ ਹੈ ਕਿ ਉਹ ਸਾਡੇ ਦੇਸ਼ ਦੀ ਧੀ ਹੈ, ਉਹ ਸਾਡੇ ਦੇਸ਼ ਦੀ ਆਬਰੂ ਹੈ, ਤੇ ਕਿਸੇ ਨੂੰ ਕੀ ਹੱਕ ਹੈ ਉਹਦੀ ਇੱਜ਼ਤ ਵੱਲ ਮਾੜੀ ਅੱਖ ਨਾਲ ਤੱਕੇ। ਇਦਾਂ ਦਾ ਪਰਉਪਕਾਰੀ ਖਾਲਸਾ। ਉਹਨੇ ਆਖਿਆ, ਖਾਲਸਾ ਸੋਈ ਜੋ ਕਰੇ ਨਿਤ ਜੰਗ, ਖਾਲਸਾ ਸੋਈ ਜੋ ਚੜੇ ਤਰੰਗ, ਖਾਲਸਾ ਸੋਈ ਜੋ ਨਿਰਦਨ ਕੋ ਪਾਲੇ, ਖਾਲਸਾ ਸੋਈ ਜੋ ਦੁਸ਼ਟ ਕੋ ਗੱਲ ਹੈ। ਬਾਪੂ ਸੀਤਲ ਜੀ ਦਾ ਇੱਕ ਬਿੱਤ ਬੜਾ ਪਿਆਰਾ ਹੈ। ਉਹ ਕਹਿੰਦੇ, ਗੋਬਿੰਦ ਮਰਗਿੰਦ ਬਖਸ਼ਿੰਦ ਗੁਰੂ ਹਿੰਦ ਦਾਤੇ, ਦੁਖੀਆਂ ਕੇ ਤਾਰਨੇ ਕੋ ਸਾਜਿਆ ਹੈ ਖਾਲਸਾ। ਦੇਣ ਹੈ ਤੇ ਆਸਰਾ ਨੇ ਆਸਰੇ ਨੇ ਓਟਿਆਂ ਨੂੰ, ਡਿੱਗਿਆਂ ਉਭਾਰਨੇ ਨੂੰ ਸਾਜਿਆ ਹੈ ਖਾਲਸਾ। ਬੰਦਾ ਛਡਵਾਣ ਹਿੱਤ ਰੋਂਦਿਆਂ ਹਸਾਨ ਹਿੱਤ, ਕਸ਼ਟ ਨਿਵਾਰਨੇ ਕੋ ਸਾਜਿਆ ਹੈ ਖਾਲਸਾ। ਪਾਪੀਆਂ ਦੀ ਜੜ ਪੁੱਟ ਦੁਸ਼ਟਾਂ ਨੂੰ ਦੰਡ ਦੇਣ ਹਿੱਤ, ਔਰ ਪਾਪੀਆਂ ਕੇ ਮਾਰਨੇ ਕੋ ਸਾਜਿਆ ਹੈ ਖਾਲਸਾ। ਉਸੇ ਵਕਤ ਨਿਹੰਗ ਸਿੰਘਾਂ ਨੇ ਜਕਾਰੇ ਛੱਡ ਦਿੱਤੇ, ਕਹਿੰਦੇ ਉਸ ਧੀ ਨੂੰ ਬਚਾਉਣ ਵਾਸਤੇ ਕਸੂਰ ਤੇ ਅਟੈਕ ਕੀਤਾ ਜਾਏਗਾ। ਬੇਸ਼ੱਕ ਕਿੰਨੇ ਸਿਰ ਲੱਗ ਜਾਣ, ਕਿੰਨੀਆਂ ਕੁਰਬਾਨੀਆਂ ਹੋ ਜਾਣਗੀਆਂ, ਲੋਕ ਯਾਦ ਤੇ ਰੱਖਣਗੇ ਕਿਤੇ ਹਿੰਦੂਆਂ ਦੇ ਉੱਤੇ ਵਿਪਤਾ ਪਈ ਸੀ ਔਰ ਉਹਨਾਂ ਦੀ ਧੀ ਬਦਲੇ ਖਾਲਸੇ ਨੇ ਜਾਨਾਂ ਵਾਰੀਆਂ। ਇਤਿਹਾਸ ਸਾਡਾ ਪੱਖ ਪੂਰਦਾ ਰਹੇਗਾ। ਆਓ
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹੋਏ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਗੁਰੂ ਕੇ ਖਾਲਸੇ, ਜਿਵੇਂ ਉਸ ਪੰਡਤ ਦੀ ਫਰਿਆਦ ਸੁਣ ਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਹਮਲਾਵਰ ਹੋਣ ਵਾਸਤੇ ਸਲਾਹਾਂ ਕਰਦੇ ਨੇ, ਵਕਤ ਦੀ ਤਸਵੀਰ ਇਉਂ ਬਣੇ ਕੀਤੀ ਜਾ ਰਹੀ। ਸੁਣ ਕੇ ਗੱਲ ਪੰਡਤ ਦੀ ਸਾਰੀ, ਸੀਨੇ ਫਿਰੀ ਸਿੰਘਾਂ ਦੇ ਆਰੀ, ਕਹਿੰਦੇ ਫੌਰਨ ਕਰੋ ਤਿਆਰੀ, ਜਾ ਕਸੂਰ ਮੱਲੀਏ, ਮੌਤ ਦੇ ਸਨੇਹ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ। ਪਹਿਲਾ ਅਰਜ ਗੁਰੂ ਦਰ ਕਰੀਏ, ਕਾਨੂੰ ਫਿਰ ਦੁਸ਼ਮਣ ਤੋਂ ਡਰੀਏ, ਸਿੱਧਾ ਨਾਲ ਤੇਗਦੇ ਕਰੀਏ, ਜ਼ਾਲਮਾਂ ਦੀ ਢਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ। ਗੱਲ ਪੰਡਤ ਦੀ ਸਾਰੀ, ਸੀਨੇ ਫਿਰੀ ਸਿੰਘਾਂ ਦੇ ਆਰੀ, ਕਹਿੰਦੇ ਫੌਰਨ ਕਰੋ ਤਿਆਰੀ, ਜਾ ਕਸੂਰ ਮੱਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ। ਪਹਿਲਾ ਅਰਜ ਗੁਰੂ ਘਰ ਕਰੀਏ, ਕਾਨੂੰ ਫਿਰ ਦੁਸ਼ਮਣ ਤੋਂ ਡਰੀਏ, ਸਿੱਧਾ ਨਾਲ ਤੇਗਦੇ ਕਰੀਏ, ਜ਼ਾਲਮਾਂ ਦੀ ਢਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ। ਜੋ ਕਲੀ ਟਕਾ ਕੇ ਜਾਨਾ, ਆਪਾਂ ਚੜੀਏ ਵਾਂਗ ਤਵਾਨਾ, ਸੜਦਾ ਸ਼ਮਾ ਉੱਤੇ ਪਰਵਾਨਾ, ਸ਼ਮਾ ਉੱਤੇ ਪਰਵਾਨਾ, ਖੇਡ ਨਾ ਸਖਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ। ਓ ਤਰਲੇ ਕਰਦਾ ਪੰਡਤ ਵਿਚਾਰਾ, ਤਰਲੇ ਕਰਦਾ ਪੰਡਤ ਵਿਚਾਰਾ, ਜਿਸ ਦਾ ਨਹੀਂ ਕੋਈ ਰਿਹਾ ਸਹਾਰਾ, ਚੜਿਆ ਰੋ ਸਿੰਘਾਂ ਨੂੰ ਭਾਰਾ, ਸੁਣ ਕੇ ਕਹਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ। ਨਾਵੇਂ ਗੁਰਾਂ ਨੇ ਕਰਮ ਕਮਾਇਆ, ਰੁੰਡਦਿਆਂ ਪੰਡਤਾਂ ਨੂੰ ਗਲ ਲਾਇਆ, ਰੁੰਡਦਾ ਹਿੰਦੂ ਧਰਮ ਬਚਾਇਆ, ਨਾ ਵਸਾਰ ਚੱਲੀਏ, ਬੈਰੀਆਂ ਨੂੰ ਮੌਤ ਦੇ ਸਨੇਹ ਕੱਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ। ਆਪਾਂ ਫਿਰ ਇਤਿਹਾਸ ਡਰਾਈਏ, ਹੱਸ ਕੇ ਜਾਨ ਧਰਮ ਤਲਾਈਏ, ਬਲਦੀ ਅੱਗ ਚ ਮੋੜ ਲਿਆਈਏ, ਸਦਰਾਂ ਦੀ ਰਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ। ਨਹੀਂ ਜੇ ਧਰਮ ਕਮਾਉਣਾ, ਤੇ ਪੈਂਦਾ ਸਭ ਕੁਝ ਦਾ ਤੇ ਲਾਉਣਾ, ਸੌਖਾ ਨਹੀਂ ਜੇ ਧਰਮ ਕਮਾਉਣਾ, ਪੈਂਦਾ ਸਭ ਕੁਝ ਦਾ ਤੇ ਲਾਉਣਾ, ਤਿੱਖੀਆਂ ਸੂਲਾਂ ਤੇ ਚੜ ਸੌਣਾ, ਰੀਤ ਹੀ ਅਵਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ, ਮੌਤ ਦੇ ਸਨੇਹ ਵੈਰੀਆਂ ਨੂੰ ਕੱਲੀਏ। ਅੱਗੇ ਅੱਗ ਜ਼ੁਲਮ ਦੀ ਵਰਦੀ, ਜਿਹੜੀ ਕੌਮ ਮਰਨ ਤੋਂ ਡਰਦੀ, ਉਹ ਨਿਕਲੇ ਤਰੱਕੀ ਕਰਦੀ, ਲੋ ਵਿਚਾਰ ਬਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ। ਉੱਠੋ ਮਰਦੋ ਕਰੋ ਦਲੇਰੀ, ਪਾਈਏ ਬਲ ਕਸੂਰ ਦੇ ਫੇਰੀ, ਜਿੱਥੇ ਗੂੰਜ ਬਾਜ ਨੇ ਘੇਰੀ, ਜਾਂਦੀ ਦੁੱਖ ਚੱਲੀਏ, ਮੌਤ ਦੇ ਸਨੇਹ, ਮੌਤ ਦੇ ਸਨੇਹ ਪਾਪੀਆਂ
ਪਾਪੀਆਂ ਨੂੰ ਕੱਲੀਏ, ਮੌਤ ਦੇ ਸਨੇਹ ਪਾਪੀਆਂ ਨੂੰ ਕੱਲੀਏ। ਉਹ ਰਾਜੇ ਬਣ ਗਏ ਰਈਅਤ ਖਾਣੇ ਹੋ, ਰਾਜੇ ਬਣ ਗਏ ਰਈਅਤ ਖਾਣੇ, ਚੱਲੇ ਹੋਰ ਜ਼ੁਲਮ ਨਾ ਜਾਣੇ, ਭਾਗੋ ਵਾਲੀਆ ਕਰੋ ਟਿਕਾਣੇ, ਗਈ ਉਲਝ ਤਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ ਖਾਨ ਤੋਂ ਛਡਾਈਏ, ਸਿੰਘੋ ਪੰਡਤਾਣੀ ਨੂੰ। ਇਹ ਹੈ ਗੁਰੂ ਕਿਓ ਖਾਲਸਿਓ ਤੁਹਾਡੇ ਵੱਡ ਵਡੇਰਿਆਂ ਦਾ ਇਤਿਹਾਸ। ਕੋਈ ਦੁਖੀਆ ਰੋਂਦਾ ਆ ਜਾਵੇ ਤੇ ਉਹਦੀ ਜਾਤ ਨਾ ਪੁੱਛਣੀ, ਉਹਦਾ ਮਜ਼ਹਬ ਨਾ ਵੇਖਣਾ, ਬਲਕਿ ਉਹਦੇ ਦੁੱਖ ਨੂੰ ਵੰਡਾਉਣ ਵਾਸਤੇ ਜਾਨ ਵੀ ਤਲੀ ਤੇ ਰੱਖ ਕੇ ਮੈਦਾਨ ਵਿੱਚ ਨਿੱਤਰ ਪੈਣਾ। ਸੋ ਇਸ ਤੋਂ ਅੱਗੇ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਸ਼ੁਕਰ, ਧੰਨਵਾਦ। ਮੈਨੇਜਮੈਂਟ ਕਮੇਟੀ, ਗੁਰੂ ਕੀ ਸੰਗਤ। ਅਗਲਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਉਹ ਆਪ ਜੀ ਨਾਲ ਸਾਂਝਾ ਕਰਨਗੇ। ਬੀਬੀ ਦਲੇਰ ਕੌਰ ਜੀ ਖਾਲਸਾ ਜਿਨ੍ਹਾਂ ਨੇ ਪਹਿਲਾਂ ਹਾਜ਼ਰੀ ਭਰੀ ਹੈ, ਔਰ ਹੁਣ ਗਿਆਨੀ ਹੰਸਾ ਸਿੰਘ ਜੀ ਜਵੰਦਾ, ਗਿਆਨੀ ਬੂਟਾ ਸਿੰਘ ਜੀ, ਔਰ ਮਲੇਰ ਕੋਟਲੇ ਵਾਲੀਆਂ ਭੈਣਾਂ ਬੀਬੀ ਬਲਜੀਤ ਕੌਰ ਜੀ ਔਰ ਬੀਬੀ ਦਲਜੀਤ ਕੌਰ ਜੀ, ਉਹ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨੇ। ਕਿਉਂਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਇਹ ਪੂਰੇ ਵਰਲਡ ਵਿੱਚ ਇੱਕ ਜਾਣੀ ਪਛਾਣੀ ਸਟੇਜ ਹੈ ਜਿੱਥੋਂ ਹਰ ਬੁਲਾਰਾ ਆਪਣੀ ਹਾਜ਼ਰੀ ਲਵਾਉਣੀ ਚਾਹੁੰਦਾ ਹੈ। ਤੁਸੀਂ ਮਨ ਕਰਦੇ ਹੋ, ਆਓ ਸਾਡੇ ਨਾਲ ਹੋਈਆਂ ਭੁੱਲਾਂ ਦੀ ਖਿਮਾ। ਅਗਲਾ ਪ੍ਰੋਗਰਾਮ ਗਿਆਨੀ ਜੀ ਤੋਂ ਸਰਵਣ ਕਰੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।